ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵੈਲਕਮ ਟੂ ਦ ਚੈਨਲ ਆਫ ਆਪਟੀਮਿਸਟਿਕ ਫੋਰਸ। ਮਾਈ ਨੇਮ ਇਜ਼ ਅਮਨੀਤ ਸਿੰਘ। ਤਾਂ ਅਸੀਂ ਅੱਜ ਇਹ ਗੱਲ ਕਰਾਂਗੇ ਵੀ ਆਪਾਂ ਆਪਣੀ ਜ਼ਿੰਦਗੀ ਨੂੰ ਕਿਵੇਂ ਬਦਲ ਸਕਦੇ ਹਾਂ। ਠੀਕ ਹੈ, ਤਾਂ ਤੁਸੀਂ ਚਾਹੇ ਅੰਗਰੇਜ਼ੀ ਸਿੱਖਣਾ ਚਾਹੁੰਦੇ ਹੋ, ਚਾਹੇ ਤੁਸੀਂ ਬਹੁਤ ਵਧੀਆ ਇੱਕ ਫਿੱਟ ਬੋਡੀ ਨੂੰ ਮੇਨਟੇਨ ਕਰਨਾ ਚਾਹੁੰਦੇ ਹੋ ਜਾਂ ਅਚੀਵ ਕਰਨਾ ਚਾਹੁੰਦੇ ਹੋ ਜ਼ਿੰਦਗੀ ਦੇ ਵਿੱਚ, ਹੋਰ ਵੀ ਕੋਈ ਚੀਜ਼ ਕਰਨਾ ਚਾਹੁੰਦੇ ਹੋ, ਮਹੀਨੇ ਦਾ 1 ਕਰੋੜ ਵੀ ਕਮਾਉਣਾ ਚਾਹੁੰਦੇ ਹੋ। ਠੀਕ ਹੈ, ਜ਼ਿੰਦਗੀ 'ਚ ਕੁਝ ਵੀ ਕਰਨਾ ਚਾਹੁੰਦੇ ਹੋ, ਉਹਦੇ ਪਿੱਛੇ ਆਪਾਂ ਕਿਵੇਂ ਉਹਨੂੰ ਕਰ ਸਕਦੇ ਹਾਂ ਨਾ, ਉਹਦੇ ਪਿੱਛੇ ਕੀ ਚੀਜ਼ ਆ। ਤਾਂ ਪਹਿਲੀ ਗੱਲ ਤਾਂ ਇਹ ਸਮਝੋ ਵੀ ਤੁਹਾਡੇ ਅੰਦਰ ਨਾ ਡਰਾਈਵ ਹੋਣੀ ਚਾਹੀਦੀ ਹੈ ਕੋਈ ਵੀ ਕੰਮ ਕਰਨ ਦੀ। ਠੀਕ ਹੈ, ਇੱਕ ਖਿੱਚ ਹੋਣੀ ਚਾਹੀਦੀ ਹੈ, ਜਿਹਨੂੰ ਪੰਜਾਬੀ 'ਚ ਕਹਿ ਲਈਏ ਜਿੱਦ ਹੋਣੀ ਚਾਹੀਦੀ ਹੈ। ਠੀਕ ਹੈ, ਵੀ ਤੁਸੀਂ ਕੁਝ ਕਰਨਾ। ਤਾਂ ਤੁਸੀਂ ਗੱਲ ਨੂੰ ਸਮਝ ਲਓ, ਜੇ ਤੁਸੀਂ ਆਪਣੇ ਆਪ ਨੂੰ ਸਵਾਰਨਾ ਚਾਹੁੰਦੇ ਹੋ, ਆਪਣੀ ਜ਼ਿੰਦਗੀ ਨੂੰ ਸਵਾਰਨਾ ਚਾਹੁੰਦੇ ਹੋ, ਉਹਦੇ ਲਈ ਤੁਹਾਨੂੰ ਆਪਣੇ ਆਦਤਾਂ ਨੂੰ ਸਵਾਰਨਾ ਪੈਣਾ। ਠੀਕ ਹੈ, ਮਤਲਬ ਚੰਗੀਆਂ ਆਦਤਾਂ ਜਾਂ ਸਹੀ ਆਦਤਾਂ ਪਾਉਣੀਆਂ ਪੈਣਗੀਆਂ। ਸਹੀ ਆਦਤਾਂ ਕਿਵੇਂ ਪੈਣਗੀਆਂ? ਜਦੋਂ ਤੁਹਾਡੀ ਪੁਰਾਣੀਆਂ ਆਦਤਾਂ ਜਾਂ ਮਾੜੀਆਂ ਆਦਤਾਂ ਜਾਂ ਗਲਤ ਆਦਤਾਂ, ਠੀਕ ਹੈ ਜੀ, ਜਾਂ ਡਾਇਰੈਕਸ਼ਨਲੈਸ ਆਦਤਾਂ ਜਿਹੜੀਆਂ ਨੇ ਉਹ ਖਤਮ ਹੋਣਗੀਆਂ। ਹੁਣ ਜਦੋਂ ਵੀ ਤੁਸੀਂ ਨਵੀਆਂ ਆਦਤਾਂ ਪਾਉਣ ਦੀ ਕੋਸ਼ਿਸ਼ ਕਰਦੇ ਹੋ ਨਾ, ਤੁਹਾਡੀ ਜਿਹੜੀ ਪੁਰਾਣੀਆਂ ਆਦਤਾਂ ਨੇ ਉਹ ਤੁਹਾਨੂੰ ਖਿੱਚਦੀਆਂ ਨੇ, ਉਹ ਤੁਹਾਨੂੰ ਓਵਰਪਾਵਰ ਕਰਦੀਆਂ ਨੇ। ਠੀਕ ਹੈ, ਉਹ ਚੰਗੀਆਂ ਆਦਤਾਂ ਨਹੀਂ ਪੈਣ ਦਿੰਦੀਆਂ, ਕਿਉਂਕਿ ਉਹ ਬਲਵਾਨ ਨੇ ਨਾ। ਉਹ ਕਿਉਂ ਬਲਵਾਨ ਹੈ? ਉਹ ਕਿਉਂਕਿ ਤੁਹਾਡਾ ਸਬਕੌਂਸ਼ੀਅਸ ਮਾਈਂਡ ਆ ਉਹ ਤੁਹਾਡਾ। ਠੀਕ ਹੈ, ਸਬਕੌਂਸ਼ੀਅਸ ਮਾਈਂਡ ਕੀ ਹੈ? ਜੋ ਤੁਸੀਂ ਰੋਜ਼ ਕੰਮ ਕਰਦੇ ਹੋ ਉਹ ਬਣਿਆ, ਉਹ ਤੁਹਾਡੀ ਆਦਤਾਂ ਨੇ। ਸਬਕੌਂਸ਼ੀਅਸ ਮਾਈਂਡ ਤੁਹਾਡਾ ਕੌਂਸ਼ੀਅਸ ਮਾਈਂਡ ਜਿਹੜਾ ਆ, ਨਵੀਆਂ ਆਦਤਾਂ ਨੇ ਉਹਨੂੰ ਟਿਕਣ ਨਹੀਂ ਦਿੰਦਾ, ਉਹਨੂੰ ਮਿੰਟ 'ਚ ਹਿਲਾ ਕੇ ਸੁੱਟ ਦੂਗਾ ਸਾਈਡ 'ਤੇ। ਠੀਕ ਹੈ, ਤਾਂ ਕੀ ਹੈ ਵੀ ਪੁਰਾਣੀਆਂ ਆਦਤਾਂ ਨੂੰ ਘਟਾਉਣਾ ਪਏਗਾ। ਹੁਣ ਇੱਕ ਗੱਲ ਨੂੰ ਸਮਝੋ, ਹੈਬਿਟਸ ਆਰ ਹਾਰਡ ਟੂ ਫਾਰਮ ਐਂਡ ਹਾਰਡ ਟੂ ਲੂਜ਼। ਆਦਤਾਂ ਪਾਉਣੀਆਂ ਔਖੀਆਂ ਨੇ, ਛੱਡਣੀਆਂ ਵੀ ਔਖੀਆਂ ਨੇ। ਠੀਕ ਹੈ, ਪਰ ਵਿਲ ਪਾਵਰ ਇਜ਼ ਈਜ਼ੀ ਟੂ ਫਾਰਮ ਐਂਡ ਈਜ਼ੀ ਟੂ ਲੂਜ਼। ਵਿਲ ਪਾਵਰ ਝੱਟ ਬਣ ਵੀ ਜਾਏਗੀ, ਝੱਟ ਖਤਮ ਵੀ ਹੋ ਜਾਏਗੀ। ਤੁਹਾਡੇ ਸਾਹਮਣੇ 4 ਬੰਦੇ 10 ਬੰਦੇ ਆ ਕੇ ਕਹਿ ਦੇਣਗੇ ਵੀ ਤੂੰ ਯਾਰ ਬਾਈ ਬਹੁਤ ਘੈਂਟ ਆ ਇਸ ਚੀਜ਼ 'ਚ। ਠੀਕ ਹੈ, ਤੁਹਾਨੂੰ ਪੰਪ ਮਿਲ ਜੂਗਾ, ਤੁਹਾਨੂੰ ਲੱਗਿਆ ਮੇਰੇ ਵਰਗਾ ਬੰਦਾ ਹੀ ਕੋਈ ਨਹੀਂ, ਕਿਆ ਬਾਤ ਹੈ ਮੇਰੀ ਤਾਂ ਗੱਲਬਾਤ ਹੈ, ਤੂਤੀ ਵੱਜਦੀ ਮੇਰੀ। ਪਰ ਜੇ ਉਹੀ 10 ਬੰਦੇ ਕੋਈ ਆ ਕੇ, 10 ਬੰਦੇ ਛੱਡੋ, 2 ਬੰਦੇ ਵੀ ਆ ਕੇ ਤੁਹਾਨੂੰ ਕੁਝ ਕਹਿ ਦੇਣਗੇ ਨਾ ਵੀ ਨਹੀਂ ਯਾਰ ਤੇਰੇ 'ਚ ਕਮੀ ਆ ਗੜਬੜ ਹੈ, ਤੇਰੀ ਗੱਲਬਾਤ ਨਹੀਂ ਹੈਗੀ, ਹੈ ਨਾ, ਇੱਥੇ ਤੂੰ ਗਲਤ ਸੀਗਾ, ਤਾਂ ਤੁਸੀਂ ਨੈਗੇਟਿਵ ਹੋ ਜਾਓਗੇ, ਤੁਹਾਡੀ ਵਿਲ ਪਾਵਰ ਬਿਲਕੁਲ ਡਰੋਪ ਕਰ ਜਾਏਗੀ, ਘੱਟ ਜਾਏਗੀ। ਤਾਂ ਇਹ ਵਿਲ ਪਾਵਰ ਹੈ। ਤਾਂ ਵਿਲ ਪਾਵਰ ਦੇ ਨਾਲ ਖਾਸ ਕੁਝ ਨਹੀਂ ਹੁੰਦਾ। ਵਿਲ ਪਾਵਰ ਸਿਰਫ ਤੁਹਾਨੂੰ ਇੱਕ ਪੁਸ਼ ਦਿੰਦੀ ਹੈ। ਠੀਕ ਹੈ, ਪਰ ਜਿਹੜਾ ਤੁਸੀਂ ਤੁਰਨਾ ਹੈ ਨਾ ਆਪਣੀ ਦਿਸ਼ਾ ਵੱਲ, ਉਹ ਤੁਹਾਨੂੰ ਹੈਬਿਟਸ ਲੈ ਕੇ ਜਾਂਦੀਆਂ ਨੇ। ਤੁਸੀਂ ਜ਼ਿੰਦਗੀ ਨਹੀਂ ਬਦਲ ਸਕਦੇ ਇੱਦਾਂ, ਆਪਣੀ ਜ਼ਿੰਦਗੀ ਕਦੀ ਇੱਦਾਂ ਨਹੀਂ ਬਦਲਦੀ। ਗੱਲ ਨੂੰ ਸਮਝੋ, ਜ਼ਿੰਦਗੀ ਬਦਲੂਗੀ ਜਦੋਂ ਤੁਹਾਡੀ ਆਦਤਾਂ ਬਦਲਣਗੀਆਂ। ਫੋਰ ਐਗਜ਼ਾਮਪਲ ਤੁਸੀਂ ਹੋਣਾ ਜੀ ਮੈਂ ਫਿੱਟ ਹੋਣਾ, ਮੈਂ ਫਿੱਟ ਬੋਡੀ ਅਚੀਵ ਕਰਨੀ ਹੈ ਨਾ, ਤਾਂ ਉਹਦੇ ਲਈ ਤੁਹਾਨੂੰ ਕੀ ਕਰਨਾ ਚਾਹੀਦਾ? ਤੁਹਾਨੂੰ ਪਤਾ ਆ ਵੀ ਮੈਂ ਯਾਰ ਫਾਸਟ ਫੂਡ ਖਾਣਾ, ਮੈਨੂੰ ਨਹੀਂ ਖਾਣਾ ਚਾਹੀਦਾ, ਹੈ ਨਾ, ਭਾਵੇਂ ਜਿੰਨਾ ਮਰਜ਼ੀ ਸਵਾਦ ਲੱਗਦਾ, ਮੈਨੂੰ ਵੀ ਬੜਾ ਸਵਾਦ ਲੱਗਦਾ, ਹੈ ਨਾ, ਪਰ ਅਸੀਂ ਨਾ ਖਾਈਏ। ਕਿਉਂ? ਸਾਨੂੰ ਪਤਾ ਵੀ ਉੱਥੋਂ ਸਾਨੂੰ ਬਾਹਰੋਂ ਕੀ ਮਿਲ ਰਿਹਾ, ਫੈਟ, ਜਿਹਨੂੰ ਸੈਚੂਰੇਟਡ ਫੈਟ ਕਹਿੰਦੇ, ਜਿਹਨੂੰ ਬੈਡ ਫੈਟ ਕਹਿੰਦੇ ਆ। ਸਾਡੀ ਬੋਡੀ ਨੂੰ ਕੋਲੈਸਟਰੋਲ ਬਹੁਤ ਜ਼ਿਆਦਾ ਮਿਲ ਰਿਹਾ, ਹੈ ਨਾ, ਸਾਡਾ ਮੋਟਾਪਾ ਐਡ ਹੋ ਰਿਹਾ, ਤਾਂ ਫਿੱਟ ਬੋਡੀ ਕਿੱਦਾਂ ਰਹੇਗੀ? ਸਮਝੋ। ਠੀਕ ਹੈ, ਫਿਰ ਅਸੀਂ ਸਾਡੀ ਜਿਹੜੀ ਸ਼ੂਗਰ ਇਨਟੇਕ ਆ ਬਹੁਤ ਜ਼ਿਆਦਾ ਹੈ। ਠੀਕ ਹੈ, ਅਸੀਂ ਮਿੱਠਾ ਬਹੁਤ ਜ਼ਿਆਦਾ ਖਾਂਦੇ ਹਾਂ, ਚੀਨੀ ਬਹੁਤ ਜ਼ਿਆਦਾ ਖਾਂਦੇ ਹਾਂ। ਜਿਹੜੀ ਵੀ ਪ੍ਰੋਸੈਸਡ ਸ਼ੂਗਰ ਹੈਗੀ ਨਾ ਉਹਨੂੰ ਨਹੀਂ ਖਾਣਾ। ਠੀਕ ਹੈ, ਉਹਨੂੰ ਚੇਂਜ ਕਰਕੇ ਤੁਸੀਂ ਇਹ ਨਹੀਂ ਵੀ ਇੱਕਦਮ ਹੀ ਸ਼ੂਗਰ ਬੰਦ ਕਰ ਦਿਓ, ਹੈ ਨਾ, ਨਹੀਂ ਹੋਏਗੀ ਤੁਹਾਡੇ ਕੋਲੋਂ। ਉਲਟਾ ਬੈਕ ਤੁਹਾਨੂੰ ਉਹਦਾ ਕੀ ਹੈ ਨਾ, ਨੁਕਸਾਨ ਹਰਜਾਨਾ ਭੁਗਤਣਾ ਪਏਗਾ। ਠੀਕ ਹੈ, ਕਿਉਂਕਿ ਤੁਸੀਂ ਫਿਰ ਹੋਰ ਖਾਓਗੇ, ਜਦੋਂ ਥੋੜ੍ਹੇ 1-2 ਦਿਨ ਲਈ ਛੱਡ ਦੋਗੇ, ਫਿਰ ਤੁਹਾਨੂੰ ਇੱਕਦਮ ਹੋਊਗਾ ਵੀ ਮੈਂ ਹੋਰ ਖਾਵਾਂ। ਠੀਕ ਹੈ, ਤਾਂ ਤੁਸੀਂ ਇਹਨੂੰ ਰਿਪਲੇਸ ਕਰ ਦਿਓ। ਜਿਵੇਂ ਤੁਸੀਂ ਚੀਨੀ ਖਾਂਦੇ ਹੋ, ਚੀਨੀ ਨੂੰ ਰਿਪਲੇਸ ਕਰਦੇ ਹੋ ਸ਼ੱਕਰ ਦੇ ਨਾਲ। ਠੀਕ ਹੈ, ਜਾਂ ਗੁੜ ਦੇ ਨਾਲ। ਠੀਕ ਹੈ, ਫਿਰ ਹੌਲੀ ਹੌਲੀ ਇਹਨੂੰ 10-15 ਦਿਨ, 20 ਦਿਨ, 21 ਦਿਨ ਤੁਸੀਂ ਇਹਨੂੰ ਸ਼ੱਕਰ 'ਤੇ ਚਲਾਇਆ, ਤੁਸੀਂ ਹੈਬਿਚੁਅਲ ਹੋ ਜਾਓਗੇ ਵੀ ਕੋਈ ਗੱਲ ਨਹੀਂ। ਫਿਰ ਹੌਲੀ ਹੌਲੀ ਸ਼ੱਕਰ ਨੂੰ ਘਟਾ ਦਿਓ। ਜੇ 1 ਚਮਚ ਪਾਉਂਦੇ ਸੀ, 2 ਪਾਉਂਦੇ ਸੀ, ਤਾਂ ਅੱਧਾ ਕਰ ਦਿਓ। ਠੀਕ ਹੈ ਨਾ, ਫਿਰ ਹੌਲੀ ਹੌਲੀ ਉਹਨੂੰ 21 ਦਿਨ, 22 ਦਿਨ, ਮਹੀਨਾ ਇੱਦਾਂ ਚਲਾਓ। ਫਿਰ ਉਹਨੂੰ ਅੱਧੇ ਨੂੰ ਵੀ ਖਤਮ ਕਰ ਦਿਓ। ਠੀਕ ਹੈ, ਵੀ ਮੈਨੂੰ ਹੁਣ ਚਾਹੀਦੀ ਨਹੀਂ, ਹੈ ਨਾ, ਵੀ ਬਿਨਾਂ ਉਹਦੇ ਹੀ ਮੈਂ ਚਾਹ ਜਿਹੜੀ ਹੈ ਉਹ ਫਿੱਕੀ ਪੀਣੀ ਹੈ। ਮੈਂ ਕੋਈ ਹੋਰ ਚੀਜ਼ ਹੈ, ਖਾਸ ਕਰਕੇ ਘਰ ਜਿਹੜੀ ਚੀਜ਼ ਹੈ, ਮੈਂ ਮਿੱਠਾ ਨਹੀਂ ਪਾਉਣਾ। ਠੀਕ ਹੈ, ਫਿੱਕਾ ਪੀਓ। ਠੀਕ ਹੈ, ਉਹਦੇ ਨਾਲ ਕੀ ਹੈ, ਥੋੜ੍ਹਾ ਸਰੀਰ ਠੀਕ ਹੋ ਜਾਊਗਾ। ਹਾਂ, ਤੁਹਾਨੂੰ ਲੱਗੇਗਾ ਵੀ ਨਹੀਂ ਯਾਰ ਸਵਾਦ ਤਾਂ ਨਹੀਂ ਲੱਗੂਗੀ। ਦੇਖੋ ਮੈਨੂੰ ਪਤਾ ਹੈ ਨਹੀਂ ਸਵਾਦ ਲੱਗੂਗੀ, ਪਰ ਮੈਨੂੰ ਵੀ ਚਾਹ ਦੇ ਵਿੱਚ ਨਾ ਮਿੱਠਾ ਛੱਡੇ ਹੋਏ ਤਕਰੀਬਨ 6-7 ਸਾਲ ਹੋ ਗਏ ਨੇ, ਮੈਂ ਵੀ ਨਹੀਂ ਪੀਂਦਾ ਹੁਣ ਮੈਨੂੰ ਕੋਈ ਦਿੱਕਤ ਨਹੀਂ ਹੈਗੀ, ਮੈਂ ਬਹੁਤ ਵਧੀਆ ਹੈ। ਅਤੇ ਮੈਂ ਤੁਹਾਨੂੰ ਆਪਣੇ ਐਗਜ਼ਾਮਪਲ ਦੇ ਨਾਲ ਚੀਜ਼ ਦੱਸ ਰਿਹਾ। ਠੀਕ ਹੈ, ਮੈਂ ਸ਼ੂਗਰ ਨਹੀਂ ਇਨਟੇਕ ਕਰ ਰਿਹਾ। ਫਿਰ ਕੀ ਹੈ ਵੀ ਚੰਗੀ ਬੋਡੀ ਨੂੰ ਬਣਾਉਣ ਲਈ ਮੈਨੂੰ ਪ੍ਰੋਟੀਨ ਇਨਟੇਕ ਚਾਹੀਦਾ, ਹੈ ਨਾ, ਅਤੇ ਪ੍ਰੋਟੀਨ ਰਿਚ ਆਈਟਮਸ ਜਿਹੜੀਆਂ ਨੇ ਫੂਡ ਉਹ ਖਾਓ, ਫਾਈਬਰ ਰਿਚ ਆਈਟਮ ਫੂਡਸ ਉਹ ਖਾਓ। ਅਤੇ ਇਹਦੇ ਨਾਲ ਕੀ ਹੋਏਗਾ, ਆਟੋਮੈਟਿਕਲੀ ਤੁਹਾਡੀ ਆਪਣੇ ਆਪ ਹੀ ਜਿਹੜੀ ਫਾਸਟ ਫੂਡ ਖਾਣ ਦੀ ਜਿਹੜੀ ਲੱਤ ਹੈ ਨਾ, ਜਾਂ ਜਿਹੜਾ ਆਪਾਂ ਗਲਤ ਖਾ ਲੈਂਦੇ ਚੀਜ਼ਾਂ, ਜਾਂ ਆਪਾਂ ਫਾਲਤੂ ਦੀ ਮੰਚਿੰਗ ਕਰਦੇ ਰਹਿੰਦੇ ਹਾਂ, ਹੈ ਨਾ, ਕੋਈ ਚਿਪਸ ਖਾ ਲਏ, ਕੋਈ ਚਾਕਲੇਟ ਖਾ ਲਿੱਤੀ, ਹੈ ਨਾ, ਇੱਥੋਂ ਤੁਹਾਡੀ ਆਦਤ ਘੱਟ ਜੂਗੀ, ਬਿਕੋਜ਼ ਤੁਹਾਡਾ ਪੇਟ ਆਲਰੇਡੀ ਫੁੱਲ ਹੋ ਚੁੱਕਾ ਹੋਊਗਾ ਚੰਗੀਆਂ ਚੀਜ਼ਾਂ ਨੂੰ ਖਾ ਕੇ। ਉਵੇਂ ਤੁਸੀਂ ਇੰਗਲਿਸ਼ ਸਿੱਖਣੀ ਹੈ ਨਾ, ਤਾਂ ਇੰਗਲਿਸ਼ ਸਿੱਖੋ ਕਿਵੇਂ ਸਿੱਖੋਗੇ? ਤੁਹਾਨੂੰ ਪਤਾ ਤੁਸੀਂ ਆਇਲਸ ਦੇ ਵਿੱਚ ਸਕੋਰ ਵਧੀਆ ਲੈਣੇ ਨੇ, ਕਿਵੇਂ ਲਓਗੇ ਆਇਲਸ ਦੇ ਵਿੱਚ ਸਕੋਰ ਵਧੀਆ? ਪੀਟੀ 'ਚ ਕਿਵੇਂ ਸਕੋਰ ਲਾਉਂਗੇ? ਤੁਹਾਨੂੰ ਪਤਾ ਵੀ ਯਾਰ ਮੈਂ ਕੀ ਕਰ ਰਿਹਾ ਹਾਂ, ਮੈਂ ਟੈਂਪਲੇਟਸ 'ਤੇ ਡਿਪੈਂਡੈਂਟ ਹਾਂ, ਹੈ ਨਾ, ਮੈਂ ਜੁਗਾੜ ਲਾਉਣ ਦੀ ਕੋਸ਼ਿਸ਼ ਕਰ ਰਿਹਾ, ਮੈਂ ਕੋਈ ਟ੍ਰਿਕਸ ਅਤੇ ਟਿਪਸ 'ਤੇ ਡਿਪੈਂਡੈਂਟ ਹਾਂ, ਹੈ ਨਾ। ਤੁਹਾਨੂੰ ਵੀ ਪਤਾ ਯਾਰ ਬਸ
ਤੁੱਕਾ ਹੈ, ਲੱਗ ਗਿਆ ਨਹੀਂ ਲੱਗਿਆ ਨਾ ਸੀ, ਪਰ ਇਹਦੇ ਨਾਲ ਤੁਹਾਡੀ ਇੰਗਲਿਸ਼ ਤਾਂ ਨਹੀਂ ਇੰਪਰੂਵ ਹੋਣੀ ਲੱਗੀ ਨਾ। ਠੀਕ ਹੈ, ਤੁਸੀਂ ਐਗਜ਼ਾਮ ਭਾਵੇਂ ਤੁੱਕੇ ਨਾਲ ਕਿਸੇ ਵੇਲੇ ਪਾਸ ਕਰ ਵੀ ਲਿਆ, ਪਰ ਤੁਸੀਂ ਉਸ ਤੋਂ ਪਹਿਲਾਂ ਵੀ ਆਪਣੀ ਇੰਗਲਿਸ਼ ਨਹੀਂ ਇੰਪਰੂਵ ਕੀਤੀ ਤਾਂ ਉਸ ਤੋਂ ਬਾਅਦ ਤਾਂ ਕੀ ਕਰਨੀ ਹੈ, ਹੈ ਨਾ। ਪਰ ਜਾਣਾ ਤੁਸੀਂ ਬਾਹਰ ਹੈ ਮੁਲਕ ਦੇ ਵਿੱਚ, ਰਹਿਣਾ ਤੁਸੀਂ ਗੋਰੇ ਮੁਲਕ 'ਚ ਹੈ। ਗੱਲਾਂ ਬਾਤਾਂ ਅਸੀਂ ਜੇ ਗੋਰਿਆਂ ਨਾਲ ਕਰ ਹੀ ਨਹੀਂ ਪਾਵਾਂਗੇ ਜਾਂ ਰੋਜ਼ਮਰਾ ਦੀ ਜ਼ਿੰਦਗੀ ਦੇ ਵਿੱਚ ਇੰਗਲਿਸ਼ 'ਚ ਨਹੀਂ ਕਰ ਪਾਵਾਂਗੇ ਤਾਂ ਕਿਵੇਂ ਸਰੂਗਾ। ਭਾਵੇਂ ਪੰਜਾਬੀ ਇੰਪਲੋਇਰ ਕੋਲ ਲੱਗ ਜਾਓ, ਕਿੰਨੀ ਦੇਰ ਲੱਗ ਲਓਗੇ, ਹੈ ਨਾ। ਸਾਰੀ ਜ਼ਿੰਦਗੀ ਥੋੜ੍ਹੀ ਲੱਗੇ ਰਹੋਗੇ, ਆਪਣਾ ਵੀ ਤਾਂ ਕੰਮ ਕਰੋਗੇ ਨਾ ਜ਼ਿੰਦਗੀ ਦੇ ਵਿੱਚ। ਤਾਂ ਇੰਗਲਿਸ਼ ਬੋਲਣੀ, ਸੁਣਨੀ, ਪੜ੍ਹਨੀ, ਲਿਖਣੀ ਸਭ ਆਉਣੀ ਚਾਹੀਦੀ ਹੈਗੀ ਹੈ। ਤਾਂ ਉਹਦੇ ਵੇਲੇ ਸੇ ਕੀ ਕਰਨਾ ਪਏਗਾ, ਤੁਹਾਨੂੰ ਪਤਾ ਵੀ ਮੈਂ ਇੰਗਲਿਸ਼ ਜੇ ਬੋਲਣੀ ਸਿੱਖਣੀ ਹੈ ਤਾਂ ਮੈਨੂੰ ਇੰਗਲਿਸ਼ ਨੂੰ ਸੁਣਨਾ ਪਏਗਾ, ਕਿਉਂਕਿ ਇੰਗਲਿਸ਼ ਸੁਣਨਾ ਕੀ ਇਨਪੁੱਟ ਹੈ ਨਾ, ਇੰਗਲਿਸ਼ ਬੋਲਣਾ ਕੀ ਹੈ ਆਊਟਪੁੱਟ ਹੈ। ਤਾਂ ਬਿਨਾਂ ਇਨਪੁੱਟ ਦੇ ਆਊਟਪੁੱਟ ਨਹੀਂ ਜਨਰੇਟ ਹੋ ਸਕਦੀ। ਤਾਂ ਇਹ ਨਹੀਂ ਹੋ ਸਕਦਾ ਵੀ ਜਿਹੜੀ ਆਊਟਪੁੱਟ ਉਹ ਬਿਲਕੁਲ ਇਕੁਇਵਲੈਂਟ ਹੋਵੇ ਇਨਪੁੱਟ ਦੇ ਵੀ। ਠੀਕ ਹੈ, ਤੁਸੀਂ ਬਹੁਤ ਕੁਝ ਸੁਣਿਆ ਹੋਊਗਾ ਤਾਂ ਤੁਸੀਂ ਥੋੜ੍ਹਾ ਜਿਹਾ ਬੋਲਣਾ ਸਿੱਖਦੇ ਹੋ, ਹੈ ਨਾ। ਤਾਂ ਜਿਹੜਾ ਹੁਣ ਤੁਸੀਂ ਥੋੜ੍ਹਾ ਜਿਹਾ ਬੋਲਣਾ ਸਿੱਖਣਾ, ਤੁਸੀਂ ਸੋਚੋ ਉਹਦੇ ਵਾਸਤੇ ਮੈਨੂੰ ਕਿੰਨਾ ਰੋਜ਼ ਸੁਣਨਾ ਪਏਗਾ, ਹੈ ਨਾ। ਤੁਸੀਂ ਆਦਤ ਬਣਾ ਲਓ ਵੀ ਮੈਂ ਥੋੜ੍ਹੀ ਜਿਹੀ ਯਾਰ ਰੋਜ਼ ਨਾ ਇੱਕ ਛੋਟੀ ਜਿਹੀ 5 ਮਿੰਟ ਦੀ ਵੀਡੀਓ ਜਾਂ 10 ਮਿੰਟ ਦੀ ਵੀਡੀਓ ਜਾਂ 15 ਮਿੰਟ ਦੀ ਜਿਹੜੀ ਇੱਕ ਕੋਈ ਲੈਕਚਰ ਹੈ ਉਹਨੂੰ ਮੈਂ ਇੰਗਲਿਸ਼ 'ਚ ਸੁਣਨਾ ਸ਼ੁਰੂ ਕਰਨਾ। ਠੀਕ ਹੈ, ਕੋਈ ਜ਼ਿਆਦਾ ਨਹੀਂ ਕਰਨਾ, ਦਿਨ ਦਾ ਸਿਰਫ 15 ਮਿੰਟ ਇੰਗਲਿਸ਼ 'ਚ ਮੈਂ ਕੋਈ ਲੈਕਚਰ, ਕੋਈ ਵੈਬ ਸੀਰੀਜ਼, ਕੋਈ ਮੂਵੀ, ਕੋਈ ਟਾਕ, ਹੈ ਨਾ, ਇੰਗਲਿਸ਼ ਦੇ ਵਿੱਚ, ਚਾਹੇ ਉਹ ਮੋਨੋਲੋਗ ਹੈ ਚਾਹੇ ਉਹ ਡਾਇਲੋਗ ਹੈ, ਮੈਂ 21 ਦਿਨ ਲਈ ਇਹਨੂੰ 15 ਮਿੰਟ ਲਈ ਸੁਣਨਾ। ਉਹਦੇ ਨਾਲ ਕੀ ਹੋਊਗਾ, ਤੁਸੀਂ ਜਦੋਂ ਰੋਜ਼ ਢੀਠ ਬਣ ਕੇ ਸੁਣੋਗੇ ਨਾ, ਤੁਹਾਡੀ ਆਦਤ ਬਣ ਜਾਊਗੀ, ਫਿਰ ਤੁਸੀਂ ਕੰਫਰਟੇਬਲ ਹੋ ਜਾਓਗੇ, ਤੁਹਾਨੂੰ ਅਜੀਬ ਨਹੀਂ ਲੱਗੂਗਾ। ਫਿਰ ਇਹੀ 15 ਮਿੰਟ ਨੂੰ ਤੁਸੀਂ ਵਧਾ ਕੇ ਅੱਧੇ ਘੰਟੇ ਨੂੰ ਕਰ ਦਿਓ ਅਗਲੇ 21 ਦਿਨ ਵਾਸਤੇ। ਠੀਕ ਹੈ, ਤਾਂ ਇੱਦਾਂ ਹੀ ਅੱਗੇ ਤੁਰਦੇ ਜਾਓਗੇ ਨਾ ਤਾਂ ਤੁਹਾਡੀ ਆਦਤ ਬਣਦੀ ਜਾਏਗੀ, ਤੁਸੀਂ ਗਰੋ ਹੁੰਦੇ ਜਾਓਗੇ। ਠੀਕ ਹੈ, ਉੱਦਾਂ ਹੀ ਇੰਗਲਿਸ਼ ਨੂੰ ਜੇ ਪੜ੍ਹਨਾ ਹੈ ਤੁਸੀਂ, ਠੀਕ ਹੈ, ਬਿਨਾਂ ਲਿਖੇ ਮਤਲਬ ਬਿਨਾਂ ਪੜ੍ਹੇ ਨਹੀਂ ਤੁਸੀਂ ਲਿਖ ਸਕਦੇ। ਕੋਈ ਵੀ ਲਿਖਾਰੀ ਹੈ ਉਹ ਪੜ੍ਹ ਕੇ ਹੀ ਲਿਖਾਰੀ ਬਣਦਾ ਹੈ ਨਾ, ਬਿਨਾਂ ਪੜ੍ਹੇ ਨਹੀਂ ਲਿਖਾਰੀ ਬਣ ਸਕਦਾ। ਤਾਂ ਤੁਸੀਂ ਰੋਜ਼ ਇੱਕ ਪੇਜ ਕਿਤਾਬ ਦਾ, ਠੀਕ ਹੈ, ਕੋਈ ਆਰਟੀਕਲ ਦਾ, ਕੋਈ ਨਿਊਜ਼ ਕਲਿੱਪ ਦਾ, ਹੈ ਨਾ, ਅਖਬਾਰ ਦੇ ਵਿੱਚੋਂ ਇੱਕ ਆਰਟੀਕਲ ਛੋਟਾ ਜਿਹਾ, ਉਹਨੂੰ ਪੜ੍ਹਨ ਦੀ ਕੋਸ਼ਿਸ਼ ਕਰੋ। ਰੋਜ਼ ਅਖਬਾਰ ਚੱਕ ਕੇ ਬਹਿ ਜਾਓ ਯਾਰ, ਕੋਈ ਚੱਕਰ ਨਹੀਂ। ਨਹੀਂ ਅਖਬਾਰ ਹੈਗਾ, ਔਨਲਾਈਨ ਵੈਬਸਾਈਟ 'ਤੇ ਗਏ ਆਪਾਂ hindustantimes.com, ਉੱਥੇ ਕੋਈ ਵੀ ਆਰਟੀਕਲ ਜਿਹੜਾ ਤੁਹਾਡਾ ਪਸੰਦੀਦਾ ਹੈਗਾ ਕਿਸੇ ਵੀ ਸੈਕਟਰ ਦਾ, ਠੀਕ ਹੈ, ਹੈਲਥ, ਫਿਟਨੈਸ, ਵਰਲਡ ਨਿਊਜ਼, ਠੀਕ ਹੈ, ਸਾਇੰਸ, ਪੋਪੂਲੇਸ਼ਨ, ਵਾਟਐਵਰ, ਰਾਈਟ, ਖੋਲੋ, ਉਹਦੇ 'ਚੋਂ ਇੱਕ ਆਰਟੀਕਲ ਪੜ੍ਹੋ। ਠੀਕ ਹੈ, ਰੋਜ਼ ਆਦਤ ਬਣਾਓ ਪੜ੍ਹਨ ਦੀ। ਠੀਕ ਹੈ, ਉਹ 'ਚੋਂ ਲੱਭੋ ਵੀ ਯਾਰ ਇਹਦਾ ਕੀ ਮਤਲਬ ਹੈ, ਗੂਗਲ ਕਰੋ। ਠੀਕ ਹੈ, ਇੱਥੇ ਆ ਇੱਦਾਂ ਕਿਉਂ ਲਿਖਿਆ ਗਿਆ ਆ। ਠੀਕ ਹੈ, ਫਿਰ ਸੋਚੋ ਮੈਂ ਇਹਨੂੰ ਇੱਦਾਂ ਕਿਵੇਂ ਲਿਖਦਾ, ਮਤਲਬ ਇੱਦਾਂ ਤੁਸੀਂ ਸ਼ੁਰੂ ਕਰ ਦਿਓ ਪਹਿਲਾਂ। ਠੀਕ ਹੈ ਨਾ, ਪਹਿਲਾਂ ਇੱਕ ਆਰਟੀਕਲ ਰੋਜ਼ ਪੜ੍ਹਨਾ ਸ਼ੁਰੂ ਕਰੋ 21 ਦਿਨ ਤੱਕ, ਤਾਂ ਤੁਹਾਨੂੰ ਲੱਗੇਗਾ ਵੀ ਮੈਂ ਹੁਣ ਕੰਫਰਟੇਬਲ ਹੋ ਗਿਆ। ਫਿਰ 1 ਤੋਂ 2 ਕਰ ਦਿਓ, ਤਾਂ ਇੱਦਾਂ ਹੀ ਤੁਹਾਡੀ ਆਦਤ ਵੱਧਦੀ ਜਾਊਗੀ। ਠੀਕ ਹੈ, ਜਿੱਥੇ ਤੁਸੀਂ ਪਹਿਲਾਂ ਪੜ੍ਹਨ ਨੂੰ ਹੋ ਸਕਦਾ ਤੁਹਾਨੂੰ ਇੱਕ ਆਰਟੀਕਲ ਘੰਟਾ ਲੱਗ ਜਾਵੇ ਸਮਝਣ ਨੂੰ, ਹੈ ਨਾ, ਤਾਂ ਹੌਲੀ ਹੌਲੀ ਕੀ ਹੋਏਗਾ, ਉਹਨੂੰ ਅੱਧਾ ਘੰਟਾ ਲੱਗਣਾ ਸ਼ੁਰੂ ਹੋ ਜਾਏਗਾ, ਹੌਲੀ ਹੌਲੀ 15 ਮਿੰਟ ਲੱਗਣ ਲੱਗ ਜਾਣੇ, ਹੌਲੀ ਹੌਲੀ 5 ਮਿੰਟਾਂ ਦੇ ਵਿੱਚ ਤੁਸੀਂ ਪੜ੍ਹ ਕੇ ਵਿਹਲੇ ਹੋ ਜਾਓਗੇ ਸਮਝ ਕੇ ਵੀ। ਪਰ ਕੀ ਹੈ, ਜਿਹੜੀਆਂ ਆਦਤਾਂ ਨੇ ਕੰਪਾਊਂਡ ਹੁੰਦੀਆਂ ਨੇ। ਠੀਕ ਹੈ, ਚੰਗੀਆਂ ਆਦਤਾਂ ਪਾਲਣੀਆਂ ਵੀ ਔਖੀਆਂ ਨੇ, ਕਿਉਂ? ਕਿਉਂਕਿ ਹੌਲੀ ਹੌਲੀ ਪੈਂਦੀਆਂ ਨੇ। ਕੋਈ ਵੀ ਆਦਤ ਬਣਾਉਣੀ ਉਹਨੂੰ ਟਾਈਮ ਲੱਗੇਗਾ, ਝੱਟ ਨਹੀਂ ਬਣੇਗਾ। ਤੁਸੀਂ ਜਿਮ ਜਾ ਕੇ ਇੱਕਦਮ ਸੋਚੋ ਵੀ ਮੈਂ 30 ਕਿਲੋ ਦਾ ਡੰਬਲ ਚੱਕ ਲਾਂ, 100 ਕਿਲੋ ਬੈਂਚ ਪ੍ਰੈਸ ਮਾਰ ਲਵਾਂ, ਨਹੀਂ ਹੋ ਸਕਦਾ ਨਾ। ਤੁਸੀਂ ਜ਼ੋਰ ਲਾ ਲਓ ਆਪਣਾ ਪੂਰਾ ਸਰੀਰ ਦਾ, ਲੱਗ ਵੀ ਜਾਏ, ਹਿਲਾ ਵੀ ਦਿਓ, ਅਤੇ ਤੁਸੀਂ ਆਪਣੀ ਬੋਡੀ ਨੂੰ ਸੋਰ ਕਰ ਲਓਗੇ, ਕਰੈਂਪਸ ਪੈ ਜਾਣਗੇ। ਅਗਲੇ ਦਿਨ ਤੁਸੀਂ ਕੁਝ ਨਹੀਂ ਕਰ ਪਾਓਗੇ, ਉੱਠ ਵੀ ਨਹੀਂ ਪਾਓਗੇ, ਮੋਢਾ ਵੀ ਹਿੱਲੇਗਾ, ਤੁਹਾਡੀ ਚੀਕਾਂ ਨਿਕਲਣਗੀਆਂ ਵੀ ਕੀ ਹੋ ਰਿਹਾ, ਹੈ ਨਾ। ਤਾਂ ਪਰ ਜੇ ਤੁਸੀਂ ਹੌਲੀ ਹੌਲੀ ਰੋਜ਼ ਚੱਕੋਗੇ 5 ਕਿਲੋ 10 ਕਿਲੋ, ਹੈ ਨਾ, ਆਦਤ ਪਾਓਗੇ 20-21 ਦਿਨ, ਠੀਕ ਹੈ, ਮਹੀਨਾ, ਫਿਰ ਅਗਲੇ ਮਹੀਨੇ ਆਪਾਂ ਜੀ 15 ਕਿਲੋ 'ਤੇ ਵੀ ਪਹੁੰਚ ਜਾਵਾਂਗੇ, ਤਾਂ ਕਰਦੇ ਕਰਦੇ 30 ਕਿਲੋ ਵੀ ਚੱਕ ਲਾਂਗੇ ਇੱਕ ਦਿਨ, ਤਾਂ ਉਦੋਂ ਕਰੈਂਪਸ ਨਹੀਂ ਪੈਣਗੇ ਨਾ, ਕਿਉਂਕਿ ਆਦਤਾਂ ਕੰਪਾਊਂਡ ਹੋਈਆਂ, ਬੋਡੀ ਨੂੰ ਅਡੈਪਟ ਕਰਨ ਨੂੰ ਟਾਈਮ ਲੱਗਿਆ, ਹੈ ਨਾ। ਤਾਂ ਇਹ ਸਬਕੌਂਸ਼ੀਅਸ ਤੁਹਾਡਾ ਬਣਾ ਦਿੰਦਾ ਹੈਗਾ। ਤਾਂ ਇੱਦਾਂ ਆਦਤਾਂ ਪੈਂਦੀਆਂ ਨੇ। ਇਹ ਆਦਤਾਂ ਪਾ ਰਹੇ ਹੋ ਤਾਂ ਹੋਏਗਾ ਕੀ, ਹੁਣ ਤੁਸੀਂ ਜਦੋਂ ਹੌਲੀ ਹੌਲੀ ਵੇਟ ਚੱਕਿਆ, ਤੁਸੀਂ 30 ਕਿਲੋ ਤੱਕ ਪਹੁੰਚ ਗਏ, ਹੈ ਨਾ, ਤੁਸੀਂ ਆਪਣੀ ਬੋਡੀ ਨੂੰ ਨੈਚੁਰਲੀ ਫਿੱਟ ਕਰ ਲਿੱਤਾ, ਤੁਹਾਡੇ ਬਾਈਸੈਪਸ ਜਿਹੜੇ ਨੇ ਬਿਲਕੁਲ ਪੰਪਡ ਅਪ ਹੋਣਗੇ, ਸ਼ੇਪ ਬਣ ਚੁੱਕੀ ਹੋਏਗੀ, ਕੱਟ ਪੈ ਚੁੱਕੇ ਹੋਣਗੇ, ਹੈ ਨਾ, ਤਾਂ ਤੁਹਾਨੂੰ ਕੰਫਰਟੇਬਲ ਹੋਊਗਾ, ਤੁਹਾਨੂੰ ਖੁਦ ਹੀ ਮੋਟੀਵੇਟਡ ਤੁਸੀਂ ਫੀਲ ਕਰੋਗੇ, ਹੈ ਨਾ, ਬੋਡੀ ਤੁਹਾਨੂੰ ਬਹੁਤ ਲਾਈਟ ਮਹਿਸੂਸ ਹੋਏਗੀ। ਤਾਂ ਇੱਦਾਂ ਹੀ ਇੰਗਲਿਸ਼ ਨੂੰ ਲੈ ਕੇ ਵੀ ਆ, ਤੁਸੀਂ ਰੋਜ਼ ਪੜ੍ਹੋਗੇ, ਤੁਸੀਂ ਬਹੁਤ ਕੰਫਰਟੇਬਲ ਹੋ ਜਾਓਗੇ। ਮੈਂ ਵੀ ਜਦੋਂ ਸ਼ੁਰੂ 'ਚ ਅਖਬਾਰ ਪੜ੍ਹਦਾ ਸੀਗਾ ਤਾਂ ਮੈਨੂੰ ਦਿਨ ਦੇ 4-5 ਘੰਟੇ ਲੱਗ ਜਾਂਦੇ ਹੁੰਦੇ ਸੀਗੇ ਕੁਝ ਕੁ ਚੀਜ਼ਾਂ ਪੜ੍ਹਨ ਲੱਗਿਆ, ਹੈ ਨਾ। ਹੁਣ ਮੈਨੂੰ ਨਹੀਂ ਲੱਗਦਾ। ਹੁਣ ਮੈਂ ਅਖਬਾਰ ਪੜ੍ਹਨੀ ਹੈਗੀ ਹੈ ਤਾਂ ਮੈਂ ਇਹਨੂੰ ਅੱਧਾ ਘੰਟਾ ਲੱਗੂਗਾ, ਸਾਰੇ ਅਖਬਾਰ ਪੜ੍ਹ ਲਾਂਗਾ, ਠੀਕ ਹੈ, ਘੰਟੇ 'ਚ ਪੜ੍ਹ ਲੂੰਗਾ, ਹੋਰ ਕੀ ਹੋ ਗਿਆ ਇਸ ਤੋਂ ਬਾਅਦ। ਕਿਉਂ? ਕਿਉਂਕਿ ਰੀਡਿੰਗ ਬਹੁਤ ਫਾਸਟ ਹੋ ਗਈ ਹੈ, ਮੇਰੀ ਇੰਟਰਪ੍ਰੀਟੇਸ਼ਨ ਬਹੁਤ ਕਲੀਅਰ ਹੈ ਅਤੇ ਕੁਇਕ ਹੈਗੀ ਹੈ, ਰਿਟੈਂਸ਼ਨ ਬਹੁਤ ਜ਼ਿਆਦਾ ਹੈਗੀ ਹੈ, ਚੀਜ਼ਾਂ ਨੂੰ ਰਿਲੇਟ ਕਰਨ ਦੀ ਐਬਿਲਿਟੀ ਬਣ ਗਈ ਹੈ, ਸਮਝ ਰਹੇ ਹੋ। ਕਿਉਂਕਿ ਬਹੁਤ ਸਾਲਾਂ ਦੀ ਮਿਹਨਤ ਹੈ, ਬਹੁਤ ਸਾਲਾਂ ਤੋਂ ਪੜ੍ਹਦਾ ਆ ਰਿਹਾ, ਤਕਰੀਬਨ 2011 ਤੋਂ ਪੜ੍ਹਦਾ ਆ ਰਿਹਾ, ਅੱਜ 13 ਸਾਲ 14 ਸਾਲ ਹੋ ਗਏ ਨੇ, ਤੁਸੀਂ ਖੁਦ ਸੋਚੋ।
ਤਾਂ ਇਹ ਮਿਹਨਤਾਂ ਜਿਹੜੀਆਂ ਨੇ ਓਵਰ ਟਾਈਮ ਹੁੰਦੀਆਂ ਨੇ, ਸਕਸੈਸ ਓਵਰ ਟਾਈਮ ਕ੍ਰੀਏਟ ਹੁੰਦਾ। ਤੁਸੀਂ ਜ਼ਿੰਦਗੀ ਨੂੰ ਆਪਣੀ ਓਵਰ ਟਾਈਮ ਬਦਲਦੇ ਹੈਗੇ ਹੋ। ਮੈਨੂੰ ਹੁਣ ਕੋਈ ਰੁਕਾਵਟ ਨਹੀਂ, ਕੋਈ ਹਿਜਕ ਨਹੀਂ, ਕੋਈ ਡਰ ਨਹੀਂ, ਕੋਈ ਸ਼ਰਮ ਨਹੀਂ, ਜੋ ਮਰਜ਼ੀ ਪੜ੍ਹ ਲਓ ਇੰਗਲਿਸ਼ ਦੇ ਵਿੱਚ, ਜੋ ਮਰਜ਼ੀ ਬੋਲ ਲਓ ਇੰਗਲਿਸ਼ ਦੇ ਵਿੱਚ। ਸਮਝ ਲਓ ਮੇਰੀ ਗੱਲ ਨੂੰ। ਹੁਣ ਹਜੇ ਮੈਂ ਤੁਹਾਡੇ ਨਾਲ ਪੰਜਾਬੀ 'ਚ ਗੱਲ ਕਰ ਰਿਹਾ ਕਿਉਂਕਿ ਮੇਰਾ ਮੋਟਿਵ ਇਹ ਨਹੀਂ ਹੈ ਵੀ ਤੁਹਾਨੂੰ ਇੰਗਲਿਸ਼ ਬੋਲ ਕੇ ਦਿਖਾਣੀ ਹੈ, ਮੇਰਾ ਮੋਟਿਵ ਹੈ ਤੁਹਾਨੂੰ ਸਮਝਾਉਣਾ ਹੈ, ਠੀਕ ਹੈ। ਜੇ ਤੁਸੀਂ ਦੇਖਣੀ ਮੈਂ ਇੰਗਲਿਸ਼ ਕਿਵੇਂ ਬੋਲਦਾ, ਤੁਸੀਂ ਮੇਰੇ ਸ਼ਾਰਟਸ ਦੇਖ ਸਕਦੇ ਹੋ, ਮੇਰੀ ਹੋਰ ਵੀ ਵੀਡੀਓਜ਼ ਦੇਖ ਸਕਦੇ ਹੋ ਜਿਹਦੇ ਵਿੱਚ ਮੈਂ ਪੰਜਾਬੀ ਇੰਗਲਿਸ਼ ਮਿਕਸ ਗੱਲ ਕਰ ਰਿਹਾ, ਠੀਕ ਹੈ। ਕਿਤੇ ਕਿਤੇ ਪੂਰਾ ਇੰਗਲਿਸ਼ ਵੀ ਗੱਲ ਕਰ ਰਿਹਾ, ਪਰ ਮਕਸਦ ਇਹ ਹੈ ਵੀ ਤੁਸੀਂ ਸਿੱਖੋ, ਮੈਂ ਵੀ ਸਿੱਖਿਆ ਵਾਂ, ਠੀਕ ਹੈ। ਵੀ ਮੈਂ ਵੀ ਜੇ ਆਪਣੇ ਆਪ ਨੂੰ ਅੱਜ ਇਸ ਸਥਿਤੀ 'ਤੇ ਦੇਖਦਾ ਅਤੇ ਮੈਂ ਦੇਖਣਾ ਵੀ ਮੈਂ ਅਗਲੇ 10 ਸਾਲਾਂ ਲਈ ਆਪਣੇ ਆਪ ਨੂੰ ਕਿੱਥੇ ਦੇਖਣਾ ਚਾਹੁੰਦਾ, ਠੀਕ ਹੈ। ਤਾਂ ਉਹਦੇ ਲਈ ਵੀ ਮੈਨੂੰ ਆਪਣੀ ਆਦਤਾਂ ਨੂੰ ਹੋਰ ਸਵਾਰਨਾ ਪਏਗਾ। ਕੋਈ ਵੀ ਇਨਸਾਨ ਜਿਹੜਾ ਸਕਸੈਸਫੁਲ ਹੋਇਆ ਉਹ ਆਪਣੀ ਆਦਤਾਂ ਨੂੰ ਸਵਾਰ ਕੇ ਹੋਇਆ, ਠੀਕ ਹੈ। ਅਤੇ ਉਹ ਆਦਤਾਂ ਹੌਲੀ ਹੌਲੀ ਉਹਨੇ ਸਵਾਰੀਆਂ ਨੇ, ਪਰ ਰੋਜ਼ ਸਵਾਰੀਆਂ ਨੇ, ਕੋਈ ਨਾਗਾ ਨਹੀਂ ਪਾਇਆ। ਪੂਰਾ ਡਿਸਪਲਿਨ ਰੱਖਿਆ ਵੀ ਆਪਣੇ ਆਪ ਨੂੰ ਮੈਂ ਡਿਸਟਰੈਕਟ ਨਹੀਂ ਹੋਣ ਦੇਣਾ, ਕਿਤੇ ਮੈਨੂੰ ਕੋਈ ਬਾਹਰ ਬੁਲਾ ਰਿਹਾ ਮੂਵੀ ਦੇਖਣ ਲਈ, ਇਹ ਨਹੀਂ ਵੀ ਮੈਂ ਆਪਣੀ ਪੜ੍ਹਾਈ ਦਾ ਟਾਈਮ ਸੀਗਾ ਜਾਂ ਆਪਣਾ ਜੋ ਵੀ ਕੰਮ ਕਰਨਾ ਸੀ ਉਹਨੂੰ ਛੱਡ ਕੇ ਤੇ ਮੈਂ ਉਹ ਕੰਮ ਕਰਨ ਗਿਆ ਹੈ। ਮੈਂ ਬਾਹਰੋਂ ਖਾ ਪੀ ਲਿਆ ਫਾਲਤੂ, ਮੈਂ ਗਲਤ ਸੁਣ ਲਿਆ, ਗਲਤ ਸੋਚ ਲਿਆ, ਸਮਝ ਰਹੇ ਹੋ, ਗਲਤ ਪੀ ਲਿਆ, ਗਲਤ ਖਾ ਲਿਆ। ਤਾਂ ਇਹਦੇ ਨਾਲ ਮੇਰੀ ਜਿਹੜੀ ਆਦਤ ਹੈਗੀ ਹੈ, ਜਿਹੜੀ ਮੈਂ ਚੰਗੀ ਸਵਾਰਨ ਲੱਗਾ, ਉਹ ਚੰਗੀਆਂ ਨਹੀਂ ਹੋਣਗੀਆਂ, ਹੈ ਨਾ। ਤੁਹਾਨੂੰ ਸਾਰਿਆਂ ਨੂੰ ਪਤਾ ਹੁੰਦਾ, ਮੈਨੂੰ ਵੀ ਪਤਾ ਹੁੰਦਾ ਮੇਰੇ 'ਚ ਕੀ ਕਮੀਆਂ ਨੇ, ਮੇਰੀ ਕਿਹੜੀ ਗਲਤ ਆਦਤਾਂ ਹੈਗੀਆਂ ਨੇ। ਅਗਰ ਤੁਸੀਂ ਮੰਨ ਲਓ ਲੈਟਸ ਸੇ ਦਾਰੂ ਪੀਣੇ ਹੈਗੇ ਹੋ, ਤੁਹਾਨੂੰ ਦਾਰੂ ਪੀਣ ਦੀ ਆਦਤ ਹੈ, ਤੁਹਾਨੂੰ ਪਤਾ ਇਹ ਗਲਤ ਆ, ਹੈ ਨਾ ਆਦਤ, ਪਰ ਤੁਸੀਂ ਇਹਨੂੰ ਘਟਾ ਨਹੀਂ ਪਾ ਰਹੇ ਹੋ ਕਿਉਂਕਿ ਤੁਸੀਂ ਘਟਾਉਣਾ ਚਾਹ ਨਹੀਂ ਰਹੇ ਹੋ, ਤੁਹਾਡੇ ਮਨ 'ਚ ਡਰਾਈਵ ਨਹੀਂ ਹੈਗੀ। ਤਾਂ ਇਹ ਨਹੀਂ ਹੋਏਗਾ ਵੀ ਤੁਸੀਂ ਰੋਜ਼ ਦਾਰੂ ਪੀਂਦੇ ਹੋ ਤਾਂ ਇੱਕਦਮ ਝੱਟ ਹੀ ਤੁਸੀਂ ਉਹਨੂੰ ਬੰਦ ਕਰ ਦੋਗੇ, ਨਹੀਂ ਹੋਏਗੀ, ਹੈ ਨਾ। ਜੇ ਤੁਸੀਂ 2 ਪੈਗ ਲਾਉਂਦੇ ਹੈਗੇ ਹੋ ਰੋਜ਼, ਤਾਂ ਉਹਨੂੰ ਘਟਾ ਲਓ, 1.5 ਪੈਗ 'ਤੇ ਆ ਜਾਓ, ਹੈ ਨਾ। ਤਾਂ ਉਹਨੂੰ 20 ਦਿਨ, ਮਹੀਨਾ 1.5 ਪੈਗ 'ਤੇ ਲਓ, ਤਾਂ ਤੁਸੀਂ ਦੇਖੋ ਤੁਹਾਡੀ ਕੰਟੀਨਿਊਸ ਆਦਤ ਉੱਥੇ ਬਣ ਜਾਊਗੀ। ਫਿਰ ਉਹ 1.5 ਨੂੰ 1 'ਤੇ ਕਰ ਦਿਓ, ਠੀਕ ਹੈ। ਇੱਦਾਂ ਹੀ ਕਰਦੇ ਕਰਦੇ 1 ਨੂੰ ਅੱਧੇ 'ਤੇ ਕਰ ਦਿਓ, ਅੱਧੇ ਨੂੰ ਫਿਰ 0 ਕਰ ਦਿਓ, 0 'ਤੇ ਫਿਰ ਸਸਟੇਨ ਕਰਕੇ ਰੱਖੋ, ਠੀਕ ਹੈ। ਬਹੁਤ ਔਖਾ ਹੋਏਗਾ ਪਰ ਫਿਰ ਕੀ ਹੋਏਗਾ, ਆਦਤ ਹੋ ਜਾਏਗੀ। ਫਿਰ ਤੁਹਾਨੂੰ ਟੈਂਪਟੇਸ਼ਨ ਜਿਹੜੀ ਹੋਏਗੀ ਨਾ ਦਾਰੂ ਪੀਣ ਦੀ, ਉਹ ਤੰਗ ਨਹੀਂ ਕਰੇਗੀ। ਤੁਸੀਂ ਇਹੋ ਜਿਹੇ ਲੋਕਾਂ ਨਾਲ ਉੱਠਣਾ ਬੈਠਣਾ ਹੀ ਬੰਦ ਕਰ ਦਿਓ ਜਿਹੜੇ ਲੋਕ ਦਾਰੂ ਪੀਂਦੇ ਨੇ, ਉਹ ਇਲਾਕੇ 'ਚ ਘੁੰਮਣਾ ਫਿਰਨਾ ਹੀ ਬੰਦ ਕਰ ਦਿਓ ਜਿੱਥੇ ਦਾਰੂ ਵਿਕਦੀ ਹੈਗੀ ਹੈ, ਠੀਕ ਹੈ ਨਾ। ਨਾ ਤੁਹਾਡੀ ਸੋਚ ਜਾਊਗੀ, ਨਾ ਤੁਸੀਂ ਵੇਖੋਗੇ, ਨਾ ਤੁਸੀਂ ਸੁਣੋਗੇ, ਨਾ ਤੁਸੀਂ ਖੁਦ ਪੀਓਗੇ। ਤਾਂ ਫਿਰ ਤੁਹਾਡੇ ਦਿਲੋਂ ਦਿਮਾਗ 'ਚ ਤਾਂ ਉਹ ਚੀਜ਼ ਕੌਨਸੈਪਟ ਜਿਹੜਾ ਦਾਰੂ ਪੀਣ ਵਾਲਾ ਖਤਮ ਹੋ ਜਾਏਗਾ ਨਾ। ਮਾੜੀਆਂ ਆਦਤਾਂ ਨੂੰ ਖਤਮ ਕਰ ਦਿੱਤਾ, ਫਿਰ ਚੰਗੀਆਂ ਆਦਤਾਂ ਪਾਓ, ਹੈ ਨਾ। ਦੁੱਧ ਪੀਓ, ਠੀਕ ਹੈ, ਸਮਝ ਰਹੇ ਹੋ, ਦੁੱਧ ਪੀਣ ਦੀ ਆਦਤ ਬਣਾਓ, ਵਧੀਆ ਦੁੱਧ ਪੀਓ, ਦਹੀਂ ਖਾਓ, ਮੱਖਣ ਖਾਓ, ਠੀਕ ਹੈ ਨਾ, ਸਰੀਰ ਠੀਕ ਰੱਖੋ। ਇੱਦਾਂ ਹੀ ਇੰਗਲਿਸ਼ ਹੈ, ਇੰਗਲਿਸ਼ ਵਾਸਤੇ ਵੀ ਤੁਸੀਂ ਗਾਣੇ ਸੁਣਨੇ ਬੰਦ ਕਰ ਦਿਓ, ਪੰਜਾਬੀ 'ਚ ਕੋਈ ਗਾਣੇ ਨਾ ਸੁਣੋ, ਕੋਈ ਗਾਣੇ ਦੀ ਵੀਡੀਓਜ਼ ਨਾ ਦੇਖੋ, ਕਿਉਂਕਿ ਤੁਹਾਡਾ ਦਿਮਾਗ ਖ਼ਰਾਬ ਹੋ ਰਿਹਾ ਉਸ ਚੀਜ਼ ਨੂੰ ਦੇਖ ਕੇ। ਤੁਹਾਨੂੰ ਮਜ਼ਾ ਤਾਂ ਆ ਰਿਹਾ ਪਰ ਦਿਮਾਗ ਖ਼ਰਾਬ ਹੋ ਰਿਹਾ, ਕਿਉਂ? ਕਿਉਂਕਿ ਕਿਸੇ ਕੰਮ ਦਾ ਨਹੀਂ ਰਹਿ ਰਿਹਾ। ਤੁਸੀਂ ਜੋ ਕਰਨਾ ਚਾਹੀਦਾ ਸੀ ਇੰਗਲਿਸ਼ ਸਿੱਖਣ ਵਾਸਤੇ, ਉਹ ਨਹੀਂ ਕਰ ਰਹੇ। ਹੁਣ ਮੈਂ ਨਹੀਂ ਕਹਿ ਰਿਹਾ ਇੰਗਲਿਸ਼ ਗਾਣੇ ਸੁਣੋ, ਨਹੀਂ, ਮੈਂ ਕਹਿ ਰਿਹਾ ਇੰਗਲਿਸ਼ ਲੈਕਚਰਸ ਨੂੰ ਸੁਣੋ, ਰੋਜ਼ ਸੁਣੋ। ਤੁਸੀਂ ਆਪਣਾ ਫੋਨ ਦਾ ਦੇਖਿਆ ਕਰੋ ਵੀ ਮੇਰਾ ਸਕਰੀਨ ਟਾਈਮ ਕੀ ਹੈ, ਉਹਦੇ 'ਚ ਮੈਂ ਕਿਹੜੀ ਐਪਲੀਕੇਸ਼ਨ ਨੂੰ ਕਿੰਨਾ ਯੂਜ਼ ਕੀਤਾ, ਹੈ ਨਾ। ਤਾਂ ਤੁਹਾਨੂੰ ਉੱਥੋਂ ਪਤਾ ਚੱਲ ਜਾਏਗਾ ਜੀ, ਯੂਟਿਊਬ ਯੂਜ਼ ਕੀਤੀ ਹੈ ਜਾਂ ਸਾਊਂਡ ਕਲਾਊਡ ਯੂਜ਼ ਕੀਤੀ, ਮੈਂ ਕੀ ਕੀਤਾ ਸੀਗਾ ਮੈਨੂੰ ਪਤਾ ਨਾ। ਤੁਹਾਨੂੰ ਰਿਪਲੇਸ ਕਰਕੇ ਇੰਗਲਿਸ਼ ਸੁਣੋ ਬਸ ਉਸੇ ਜਗ੍ਹਾ 'ਤੇ, ਉਹਦੇ ਇੰਗਲਿਸ਼ ਨੂੰ ਪੜ੍ਹੋ, ਠੀਕ ਹੈ। ਤਾਂ ਹੌਲੀ ਹੌਲੀ ਆਦਤਾਂ ਬਦਲੋਗੇ, ਆਪਣਾ ਜੀਵਨ ਬਦਲੂਗਾ ਅਤੇ ਤੁਸੀਂ ਆਪਣੀ ਜ਼ਿੰਦਗੀ ਨੂੰ ਬਦਲ ਲਓਗੇ। ਹੋਰ ਕੋਈ ਤਰੀਕਾ ਨਹੀਂ ਹੁੰਦਾ ਜ਼ਿੰਦਗੀ ਬਦਲਣ ਦਾ। ਜ਼ਿੰਦਗੀ ਬਦਲਣ ਦਾ ਤਰੀਕਾ ਇਹੀ ਹੈ ਵੀ ਤੁਸੀਂ ਆਪਣੀ ਆਦਤਾਂ ਨੂੰ ਬਦਲੋ, ਕਲੀਅਰ ਗੋਲਸ ਰੱਖੋ ਅਤੇ ਕੰਟੀਨਿਊਅਸਲੀ, ਕੰਸਿਸਟੈਂਸਲੀ ਮਿਹਨਤ ਕਰਦੇ ਜਾਓ ਅਤੇ ਸਵਰਦੇ ਜਾਓਗੇ, ਹੈ ਨਾ। ਮੈਂ ਵੀ ਬਦਲਿਆ ਵਾਂ, ਮੈਂ ਹਜੇ ਹੋਰ ਵੀ ਬਦਲਣਾ ਹੈ, ਤੁਸੀਂ ਵੀ ਬਦਲ ਸਕਦੇ ਹੋ ਜ਼ਿੰਦਗੀ ਦੇ ਵਿੱਚ। ਤਾਂ ਅੱਗੇ ਵਧੋ ਅਤੇ ਆਪਣੇ ਆਪ ਨੂੰ ਸਵਾਰੋ, ਆਪਣੇ ਪਰਿਵਾਰ ਨੂੰ ਖੁਸ਼ ਰੱਖੋ ਅਤੇ ਪਰਿਵਾਰ ਦਾ ਵੀ ਜੀਵਨ ਸਵਾਰੋ, ਠੀਕ ਹੈ। ਅਤੇ ਜੇ ਤੁਹਾਨੂੰ ਇਹ ਵੀਡੀਓ ਚੰਗੀ ਲੱਗਦੀ ਹੈ ਤਾਂ ਮੇਕ ਸ਼ੋਰ ਯੂ ਲਾਈਕ ਦ ਵੀਡੀਓ, share it with your friends, comment down with your views and whatever you have to say to me or even ask me, right? And if you're new to the channel, consider subscribing it, and until then, see you in the next video. Bye.